ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਦਾ ਦੂਜਾ ਭਾਗ। ਅਸੀਂ ਨਵੀਂ ਦਿੱਲੀ ਆਏ ਤੇ ਕਰਜਨ ਰੋਡ ਤੇ ਇੱਕ ਨਿੱਕੇ ਜਿਹੇ ਘਰ ਵਿੱਚ ਰਹਿਣ ਲੱਗੇ, ਜਿਸ ਦੇ ਪਿੱਛੇ ਖੁੱਲੀ ਥਾਂ ਤੇ ਦਰਖਤ ਸਨ। ਇਸ ਨਿੱਕੇ ਘਰ ਦਾ ਇੱਕ ਲੰਮਾ ਪਤਲਾ ਕਮਰਾ ਸੀ। ਨਿੱਕਾ ਫਰਨੀਚਰ, ਚਟਾਈਆਂ ਤੇ ਰੂੰ ਦੀਆਂ ਭਰੀਆਂ ਨਿੱਕੀਆਂ ਨਿੱਕੀਆਂ ਗੱਦੀਆਂ, ਨੀਵਾਂ ਮੋਟੇ ਪਾਵਿਆਂ ਵਾਲਾ ਤਖਤਪੋਸ਼। ਇਹ ਕਮਰਾ ਫਰਨੀਚਰ ਨਾਲ ਹੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇੱਕ ਪਾਸੇ ਕੰਮ ਕਰਨ ਵਾਲਾ ਮੇਜ਼, ਬਿਜਲੀ ਦਾ ਟਾਈਪਰਾਈਟਰ, ਟੈਲੀਫੋਨ ਤੇ ਕਿਤਾਬਾਂ, ਦੂਜੇ ਪਾਸੇ ਸੌਣ ਵਾਲੀ ਥਾਂ। ਬਰਾਂਡੇ ਵਿੱਚ ਮਿਹਰਾਬਾਂ, ਨਿੱਕੇ ਵਿਹੜੇ ਵਿੱਚ ਲਾਲ ਬੋਗਨਵਿਲੀਆਂ, ਦਰਵਾਜ਼ੇ ਦੇ ਬਾਹਰ ਕੰਧ ਵਿੱਚ ਗਣੇਸ਼ ਦੀ ਕਾਲੇ ਰੰਗ ਦੀ ਪੱਥਰ ਦੀ ਮੂਰਤ ਜੜੀ ਹੋਈ ਸੀ। ਜਿੰਨੀ ਨੇ ਕਿਹਾ, ਮੈਂ ਜਾਣਦੀ ਹਾਂ ਇਸ ਦੇਵਤੇ ਨੂੰ। ਹਰ ਸ਼ੁਭ ਕੰਮ ਕਰਨ ਤੋਂ ਪਹਿਲਾਂ ਇਸ ਦੀ ਪੂਜਾ ਹੁੰਦੀ ਹੈ। ਇਹ ਪਾਰਵਤੀ ਦਾ ਪੁੱਤ ਹੈ। ਇਸ ਦੀ ਸਵਾਰੀ ਚੂਹਾ ਹੈ। ਕਿਤਨਾ ਗੋਲ ਮਟੋਲ ਤੇ ਸੋਹਣਾ ਲੱਗਦਾ ਹੈ ਇਹ ਦੇਵਤਾ। ਮੋਟਾ ਢਿੱਡ, ਡੂੰਗੀ ਧੁੰਨੀ, ਹਾਥੀ ਦਾ ਸਿਰ। ਕਮਾਲ ਹੈ ਤੁਹਾਡਾ ਇਹ ਦੇਵਤਾ। ਮੈਂ ਜਿੰਨੀ ਨੂੰ ਚੁੱਕ ਕੇ ਦਹਲੀਜ਼ ਪਾਰ ਕੀਤੀ ਤੇ ਇਸ ਤਰ੍ਹਾਂ ਉਸ ਦਾ ਦੁਲਹਨ ਦੇ ਰੂਪ ਵਿੱਚ ਪੱਛਮੀ ਪਰੰਪਰਾ ਅਨੁਸਾਰ ਸਵਾਗਤ ਕੀਤਾ। ਥੋੜੇ ਦਿਨਾਂ ਵਿੱਚ ਸਾਡਾ ਸਮਾਨ ਆ ਗਿਆ। ਅਸੀਂ ਲੱਕੜ ਦੇ ਬਕਸੇ ਖੋਲ੍ਹੇ ਤੇ ਕਾਗਜ਼ਾਂ ਵਿੱਚ ਲਿਪਟੀਆਂ ਚੀਜ਼ਾਂ ਨੂੰ ਇੱਕ ਇੱਕ ਕਰਕੇ ਬਾਹਰ ਕੱਢਿਆ। ਜਿੰਨੀ ਦੇ ਨੀਲੇ ਰੰਗ ਦਾ ਕੀਮਤੀ ਟੀ ਸੈੱਟ ਤੇ ਪਲੇਟਾਂ, ਟੋਸਟਰ, ਮਿਕਸਰ, ਗਿਬਸਨ ਗਿਟਾਰ, ਕਿਤਾਬਾਂ ਤੇ ਉਸ ਦੀ $300 ਦੀ ਚਾਂਦੀ ਦੀ ਬੰਸਰੀ। ਫਰਿੱਜ ਇੱਕ ਗੱਡੇ ਉੱਤੇ ਆਇਆ। ਇੱਕ ਝੋਟਾ ਗੱਡੇ ਨੂੰ ਖਿੱਚਦਾ ਹੋਇਆ ਸਾਡੇ ਘਰ ਅੱਗੇ ਆ ਕੇ ਖੜਾ ਹੋ ਗਿਆ। ਰੌਲਾ ਪੈ ਗਿਆ, ਫਰਿੱਜ ਆ ਗਿਆ। ਪਰ ਇਹ ਮਲੱਠੀ ਰੰਗਾ ਫਰਿੱਜ ਇਤਨਾ ਵੱਡਾ ਸੀ ਕਿ ਸਾਡੇ ਘਰ ਦੇ ਤੰਗ ਬੂਹੇ ਵਿੱਚ ਦੀ ਨਹੀਂ ਸੀ ਲੰਘ ਸਕਦਾ। ਇਸ ਨੂੰ ਕਿਸ ਤਰ੍ਹਾਂ ਘਰ ਦੇ ਨਿੱਕੇ ਵਿਹੜੇ ਵਿੱਚ ਲਿਆਂਦਾ ਜਾਵੇ? ਸ਼ਾਇਦ ਦਰਵਾਜ਼ਾ ਤੋੜਨਾ ਪਵੇ। ਫੀਤੇ ਨਾਲ ਮਾਪ ਕੇ ਦੇਖਿਆ ਤਾਂ ਦਰਵਾਜ਼ਾ ਤੋੜਨ ਨਾਲ ਵੀ ਇਹ ਫਰਿੱਜ ਅੰਦਰ ਨਹੀਂ ਸੀ ਆ ਸਕਦਾ। ਫਰਿੱਜ ਗਲੀ ਵਿੱਚ ਖੜਾ ਸੀ, ਗੁੱਸੇ ਵਿੱਚ ਆਕੜਿਆ, ਜਿੱਦ ਦਾ ਮਾਰਿਆ, ਘੂਰੀ ਵੱਟੀ, ਆਫਰਿਆ ਹੋਇਆ। ਇਹ ਅੰਦਰ ਨਹੀਂ ਸੀ ਆਉਣਾ ਚਾਹੁੰਦਾ। ਇੱਕ ਅਜੀਬ ਤਰ੍ਹਾਂ ਦਾ ਮਗਰੂਰ ਅਮਰੀਕਨ ਦਾ ਰੂਪ ਧਾਰ ਕਰ ਲਿਆ, ਜੋ ਮੇਰੇ ਘਰ ਦੇ ਜੀਵਨ ਵਿੱਚ ਰਚਣ ਲਈ ਤਿਆਰ ਨਹੀਂ ਸੀ। ਇਸ ਨੂੰ ਕਿਸ ਤਰ੍ਹਾਂ ਪਲੋਸ ਕੇ ਅੰਦਰ ਲਿਆਵਾਂ? ਇੱਥੇ ਤਾਂ ਇਸ ਨੂੰ ਚੁੱਕ ਕੇ ਕੰਧ ਉੱਪਰੋਂ ਲਿਆਉਣ ਲਈ ਕਰੇਨ ਵੀ ਨਹੀਂ ਮਿਲਣੀ। ਮੈਂ ਬਾਹਰ ਕਿਸੇ ਦੀ ਮਦਦ ਭਾਲਣ ਲਈ ਗਿਆ। ਗਲੀ ਦੇ ਮੋੜ ਉੱਤੇ 6 ਮਜ਼ਦੂਰ ਬੈਠੇ ਬੀੜੀਆਂ ਪੀ ਰਹੇ ਸਨ। ਉਹ ਮੇਰੀ ਗੱਲ ਸੁਣ ਕੇ ਝੱਟ ਖੜੇ ਹੋ ਗਏ ਤੇ 2 ਰੁਪਏ ਫੀ ਮਜ਼ਦੂਰ ਦੇ ਹਿਸਾਬ ਨਾਲ ਮੇਰੇ ਪਿੱਛੇ ਪਿੱਛੇ ਆ ਗਏ। ਉਹਨਾਂ ਵਿੱਚੋਂ 4 ਜਣੇ ਨੇ ਫਰਿੱਜ ਨੂੰ ਚੁੱਕ ਲਿਆ ਤੇ ਉਤਾਂਹ ਕੰਧ ਉੱਤੇ ਖੜੇ ਮਜ਼ਦੂਰਾਂ ਨੇ ਇਸ ਨੂੰ ਕੰਧ ਉੱਤੇ ਟਿਕਾ ਲਿਆ। ਫਿਰ ਉਹ 4 ਮਜ਼ਦੂਰ ਘਰ ਅੰਦਰ ਦੌੜ ਕੇ ਆਏ। ਉਹਨਾਂ ਨੇ ਜਿਸਮ ਤੇ ਮਜ਼ਬੂਤ ਪੱਠੇ ਸ਼ਕਤੀ ਨਾਲ ਫੜਕ ਰਹੇ ਸਨ, ਬਾਸਕਟਬਾਲ ਦੇ ਖਿਡਾਰੀਆਂ ਵਾਂਗ। ਉਹਨਾਂ ਨੇ ਇਸ ਫਰਿੱਜ ਨੂੰ ਬੜੀ ਹੀ ਹੁਸ਼ਿਆਰੀ ਨਾਲ ਆਪਣੇ ਹੱਥਾਂ ਉੱਤੇ ਬੋਚ ਲਿਆ ਅਤੇ ਉਸੇ ਹੀ ਨਿਪੁੰਨਤਾ ਨਾਲ ਸਾਡੇ ਬਰਾਂਡੇ ਵਿੱਚ ਲਿਆ ਕੇ ਰੱਖ ਦਿੱਤਾ। ਅਸੀਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ। ਪਾਰਟੀਆਂ, ਸਮਾਰੋਹਾਂ ਅਤੇ ਕਲਾਤਮਕ ਸਮਾਗਮਾਂ ਵਿੱਚ ਜਾਂਦੇ ਤੇ ਦੋਸਤਾਂ ਮਿੱਤਰਾਂ ਨੂੰ ਮਿਲਦੇ। ਮੈਂ ਦਿੱਲੀ ਦੀ ਜ਼ਿੰਦਗੀ ਦਾ ਰਸ ਸੋਕ ਰਿਹਾ ਸਾਂ। ਅਸੀਂ ਦੋਵੇਂ ਤਕਰੀਬਨ ਹਰ ਦੂਜੀ ਤੀਜੀ ਸ਼ਾਮ ਬਾਹਰ ਜਾਂਦੇ। ਜਿੰਨੀ ਨੂੰ ਇਹਨਾਂ ਪਾਰਟੀਆਂ ਨੇ ਥਕਾ ਦਿੱਤਾ। ਉਹ ਘਰ ਦੀ ਸ਼ਾਂਤ ਜ਼ਿੰਦਗੀ ਪਸੰਦ ਕਰਦੀ ਸੀ। ਦਿਨ ਢਲੇ ਛੇਤੀ ਖਾਣਾ ਤੇ ਮੀਆਂ ਬੀਵੀ ਦਾ ਇਕਾਂਤ। ਮੇਰੇ ਦੋਸਤਾਂ ਵਿੱਚੋਂ 3 ਜਾਣੇ ਇਹੋ ਜਿਹੇ ਸਨ ਜੋ ਮੈਨੂੰ ਹਰ ਦੂਜੇ ਤੀਜੇ ਦਿਨ ਮਿਲਦੇ। ਤਾਰਾ ਸਿੰਘ ਕਾਮਲ, ਸ਼ਾਇਰ, ਊਮਾ ਬਾਸੂਦੇਵ, ਜਰਨਲਿਸਟ ਤੇ ਸਤੀਸ਼ ਗੁਜਰਾਲ, ਪੇਂਟਰ। ਤਾਰਾ ਸਿੰਘ ਤੇ ਊਮਾ ਮੈਨੂੰ ਵੱਡੇ ਤੰਬੂ ਵਾਲੇ ਕਾਫੀ ਹਾਊਸ ਵਿੱਚ ਮਿਲਦੇ। ਦੋਵੇਂ ਵੱਖ-ਵੱਖ ਥਾਵਾਂ ਉੱਤੇ ਬੈਠਦੇ। ਤਾਰਾ ਸਿੰਘ ਮਰਦਾਵੇਂ ਇਲਾਕੇ ਵਿੱਚ ਬੈਠਦਾ ਤੇ ਉਸ ਦੇ ਨਾਲ ਫੱਕੜ ਸ਼ਾਇਰ, ਭੁੱਖੜ ਤੇ ਬੇਕਾਰ ਕਲਾਕਾਰ
ਤੇ ਪੰਜਾਬੀ ਬਿਜ਼ਨਸਮੈਨ ਹੁੰਦੇ। ਊਮਾ ਫੈਮਿਲੀ ਸੈਕਸ਼ਨ ਵਿੱਚ ਆਪਣੇ ਦੋਸਤਾਂ ਨਾਲ ਬੈਠਦੀ। ਦੋਹਾਂ ਨੇ ਕਾਫੀ ਹਾਊਸ ਨੂੰ ਆਪਣਾ ਦਫ਼ਤਰ ਬਣਾ ਰੱਖਿਆ ਸੀ। ਇੱਥੇ ਲੋਕਾਂ ਨੂੰ ਮਿਲਦੇ, ਚਿੱਠੀਆਂ ਲਿਖਦੇ, ਆਪਣੇ ਮੈਗਜ਼ੀਨ ਐਡਿਟ ਕਰਦੇ ਤੇ ਦਿੱਲੀ ਦੀ ਨਬਜ਼ ਨੂੰ ਭਾਂਪਦੇ। ਤਾਰਾ ਸਿੰਘ ਅੰਗਰੇਜ਼ੀ ਨਹੀਂ ਸੀ ਪੜ੍ਹਿਆ, ਬਸ ਸੁਣ ਕੇ ਉਸ ਨੂੰ ਟੁੱਟੀ ਫੁੱਟੀ ਅੰਗਰੇਜ਼ੀ ਆ ਗਈ ਸੀ। ਇਸ ਦੀ ਮਦਦ ਨਾਲ ਉਹ ਪੜ੍ਹਿਆ ਲਿਖਿਆ ਨਾਲੋਂ ਵੀ ਵਧੇਰੇ ਗੱਲ ਦੀ ਤਹਿ ਨੂੰ ਸਮਝ ਲੈਂਦਾ। ਉਹਦੇ ਹੱਥ ਮਜ਼ਬੂਤ ਸਨ, ਹਥੌੜੀਆਂ ਵਰਗੇ। ਉਸ ਦੇ ਪੱਕੇ ਰੰਗ ਦੇ ਚਿਹਰੇ ਉੱਤੇ ਛਿੰਦਰੀ ਦਾੜੀ ਸੀ ਤੇ ਸਿਰ ਉੱਤੇ ਨੀਲੀ ਪੱਗ। ਜਦੋਂ ਉਹ ਕੁੜੀਆਂ ਦੇ ਉਧਾਲਿਆਂ, ਕਾਲ ਗਰਲਸ, ਕਰਪਟ ਬਿਜ਼ਨਸਮੈਨ, ਭੁੱਖੇ ਪੰਜਾਬੀ ਲੇਖਕਾਂ ਤੇ ਸਿਆਸੀ ਤੇ ਸਮਾਜਿਕ ਵਿਵਚਾਰ ਦੀਆਂ ਗੱਲਾਂ ਕਰਦਾ ਤੇ ਲੁੱਚੇ ਲਤੀਫੇ ਸੁਣਾਉਂਦਾ ਤਾਂ ਮੋਟੀਆਂ ਐਨਕਾਂ ਵਿੱਚੋਂ ਉਸ ਦੀਆਂ ਨਿੱਕੀਆਂ ਸੂਝਵਾਨ ਅੱਖਾਂ ਚਮਕ ਉੱਠਦੀਆਂ। ਇੱਕ ਦਿਨ ਬਾਰਿਸ਼ ਹੋ ਰਹੀ ਸੀ। ਕਾਫੀ ਹਾਊਸ ਦਾ ਤੰਬੂ ਕਿਤੋਂ ਚੋ ਰਿਹਾ ਸੀ। ਤਾਰਾ ਸਿੰਘ ਇਕੱਲਾ ਬੈਠਾ ਕਾਫੀ ਦਾ ਪਿਆਲਾ ਪੀਂਦਾ ਹੋਇਆ ਆਪਣੀ ਨੋਟਬੁੱਕ ਵਿੱਚ ਕੁਝ ਲਿਖ ਰਿਹਾ ਸੀ। ਮੈਂ ਦੇਖ ਉਸ ਦੇ ਨੋਟਬੁੱਕ ਇੱਕ ਪਾਸੇ ਰੱਖ ਦਿੱਤੀ। ਮੇਰੇ ਲਈ ਕਾਫੀ ਦਾ ਪਿਆਲਾ ਆਰਡਰ ਕੀਤਾ। ਕੀ ਲਿਖ ਰਿਹਾ ਹੈ? ਮੈਂ ਪੁੱਛਿਆ। ਝੂਠ ਰਚ ਹਾਂ। ਤੁਹਾਨੂੰ ਪਤਾ ਹੈ ਇਹ ਕਵਿਤਾ ਸਾਲੀ ਝੂਠ ਹੀ ਤਾਂ ਹੈ। ਮੈਂ ਲੋਕਾਂ ਨੂੰ ਉਹ ਚੀਜ਼ ਵਿਖਾ ਰਿਹਾ ਹਾਂ ਜੋ ਦਰਅਸਲ ਹੈ ਹੀ ਨਹੀਂ, ਜੋ ਆਪਣੀ ਸਧਾਰਨ ਦ੍ਰਿਸ਼ਟੀ ਨਾਲ ਨਹੀਂ ਦੇਖ ਸਕਦੇ। ਮਸਲਨ ਮੇਰਾ ਆਸਮਾਨ ਹਰੀ ਮਖਮਲ ਹੈ ਜਿਸ ਉੱਤੇ ਚੌਲਾਂ ਦੇ ਦਾਣੇ ਖਿੰਡੇ ਪਏ ਹਨ। ਮੇਰੇ ਪਿੰਡ ਦੀ ਕੰਧ ਮਾਰਖੁੰਡੀ ਮੱਝ ਵਾਂਗ ਝਾਕਦੀ ਹੈ। ਮੁਟਿਆਰ ਦੇ ਘੜੇ ਨੇ ਲਿਪਸਟਿਕ ਲਾਈ ਹੋਈ ਹੈ। ਮੇਰੇ ਪਿੰਡ ਦੀ ਕੁੱਬੀ ਵੇਰੀ ਇਉਂ ਹੈ ਜਿਵੇਂ ਊਠਣੀ ਬੈਠੀ ਹੋਵੇ। ਬਸ ਇਹੋ ਕਵਿਤਾ। ਮੈਂ ਪੁੱਛਿਆ, ਤੂੰ ਪਰਚਾ ਕੱਢਦਾ ਹੈ ਜੋ ਮਸਾਂ 500 ਵਿਕਦਾ ਹੈ, ਤੇਰਾ ਖਰਚਾ ਕਿਵੇਂ ਚੱਲਦਾ ਹੈ? ਉਹ ਬੋਲਿਆ, ਮੇਰਾ ਪਰਚਾ ਇੰਦਰਾ ਗਾਂਧੀ ਉੱਤੇ ਹਮਲੇ ਨਹੀਂ ਕਰਦਾ। ਇਹ ਗੱਲ ਮੈਂ ਵਿਦੇਸ਼ੀ ਅਖਬਾਰਾਂ ਤੇ ਟਾਈਮਜ਼ ਆਫ ਇੰਡੀਆ ਲਈ ਛੱਡੀ ਹੈ। ਉਹ ਉਸ ਨੂੰ ਇੱਟਾਂ ਪੱਥਰ ਮਾਰਨ। ਇੰਦਰਾ ਗਾਂਧੀ ਤਾਂ ਹਵਾਈ ਜਹਾਜ਼ ਹੈ। ਜੇ ਮੈਂ ਪੱਥਰ ਮਾਰਾਂ ਤਾਂ ਉਸ ਨੂੰ ਨਹੀਂ ਵੱਜਣਾ, ਸਗੋਂ ਮੇਰੇ ਸਿਰ ਤੇ ਵਾਪਸ ਆ ਕੇ ਵੱਜੇਗਾ। ਮੈਂ ਲੋਕਾਂ ਨੂੰ ਕਰਾਰੀਆਂ ਚਪੇੜਾਂ ਲਾਉਣਾ ਚਾਹੁੰਦਾ ਹਾਂ। ਮੇਰੀ ਮਾਰ ਵਿੱਚ ਤਾਂ ਸਿਰਫ ਦਿੱਲੀ ਦੇ ਠੇਕੇਦਾਰ ਤੇ ਜਥੇਦਾਰ ਤੇ ਕਰਪਟ ਬਿਜ਼ਨਸਮੈਨ ਹੀ ਆਉਂਦੇ ਨੇ। ਮੈਂ ਇਹਨਾਂ ਦੇ ਪਾਜ ਉਧੇੜਦਾ ਹਾਂ, ਬਸ ਇਹਨਾਂ ਦੀ ਕਰਪਸ਼ਨ ਨੂੰ ਨੰਗਿਆ ਕਰਦਾ ਹਾਂ, ਇਹਨਾਂ ਨੂੰ ਧਮਕਾਉਂਦਾ ਹਾਂ। ਬਸ ਇਹੋ ਲੋਕ ਮੈਨੂੰ ਪੈਸੇ ਦਿੰਦੇ ਹਨ। ਇਸੇ ਤਰ੍ਹਾਂ ਆਪਣਾ ਖਰਚ ਚੱਲਦਾ ਹੈ। ਫਿਰ ਮੈਂ ਕਵਿਤਾ ਲਿਖਦਾ ਹਾਂ। ਊਮਾ ਬਾਸੂਦੇਵ ਅੰਗਰੇਜ਼ੀ ਮੈਗਜ਼ੀਨ ਸਰਜ ਊਮਾ ਬਾਸੂਦੇਵ ਦਾ ਅੰਗਰੇਜ਼ੀ ਮੈਗਜ਼ੀਨ ਸਰਜ ਕਦੇ ਨਿਕਲਦਾ ਸੀ, ਉਸ ਦੀ ਮਰਜ਼ੀ ਤੇ ਮੂਡ ਦੇ ਮੁਤਾਬਿਕ। ਊਮਾ ਉਹਨਾਂ ਖੂਬਸੂਰਤ ਔਰਤਾਂ ਵਿੱਚੋਂ ਸੀ ਜੋ ਮਰਦਾਂ ਨੂੰ ਕੀਲ ਲੈਂਦੀਆਂ ਹਨ ਪਰ ਖੁਦ ਨਿਰਲੇਪ ਰਹਿੰਦੀਆਂ ਹਨ। ਉਹ ਇੱਕ ਪ੍ਰਕਾਰ ਦੀ ਵਿਸ਼ ਸੁੰਦਰੀ ਸੀ ਤੇ ਉਸ ਦੀਆਂ ਅੱਖਾਂ ਵਿੱਚ ਅਜੀਬ ਕਸ਼ਿਸ਼। ਉਹ ਆਪਣਾ ਦਰਬਾਰ ਕਾਫੀ ਹਾਊਸ ਵਿੱਚ ਹੀ ਲਾਉਂਦੀ ਤੇ ਇੱਥੇ ਆਪਣੇ ਦੋਸਤਾਂ ਨਾਲ ਸਿਆਸਤ, ਸੰਗੀਤ, ਸਾਹਿਤ, ਫਿਲਮ ਅਤੇ ਸਕੈਂਡਲਾਂ ਬਾਰੇ ਗੱਲਾਂ ਕਰਦੀ। ਉਹ ਮੁਸਲਮਾਨ ਸੰਗੀਤਕਾਰਾਂ ਨੂੰ ਮਿਲਣ ਖਾਤਰ ਪੁਰਾਣੀ ਦਿੱਲੀ ਦੀਆਂ ਭੀੜੀਆਂ ਗਲੀਆਂ ਵਿੱਚੋਂ ਲੰਘਦੀ ਹੋਈ ਉਹਨਾਂ ਦੇ ਘਰ ਜਾਂਦੀ, ਫਿਰ ਕਮਾਣੀ ਥੀਏਟਰ ਵਿੱਚ ਕਿਸੇ ਨਰਤਕੀ ਦਾ ਨਾਚ ਦੇਖਣ ਪਹੁੰਚਦੀ, ਫਿਰ ਕਿਸੇ ਢਾਬੇ ਉੱਤੋਂ ਪਤੀਲੇ ਵਿੱਚ ਉਬਲਦੀ ਹੋਈ ਚਾਹ ਦਾ ਗਲਾਸ ਪੀਂਦੀ, ਰਾਤ ਨੂੰ ਫੈਸ਼ਨੇਬਲ ਲਾਈਫ ਸਟਾਰ ਅਸ਼ੋਕਾ ਹੋਟਲ ਜਾਂ ਇੰਡਸਟਰੀ ਹੋਟਲ ਵਿੱਚ ਕਾਫੀ ਪੀਂਦੀ ਤੇ ਫਿਰ ਆਪਣੇ ਖੂਬਸੂਰਤ ਅਪਾਰਟਮੈਂਟ ਵਿੱਚ ਮੁੜਦੀ। ਉਸ ਨੂੰ ਲੋਕਾਂ ਨੂੰ ਦੇਖਣ ਤੇ ਆਪਣੇ ਹੁਸਨ ਦਾ ਜਲਵਾ ਦਿਖਾਉਣ ਦਾ ਬਹੁਤ ਚਾਅ ਸੀ। ਉਹ ਬਹੁਰੂਪੀ ਸੁੰਦਰੀ ਸੀ ਜੋ ਇੱਕੋ ਸਮੇਂ 4-5 ਥਾਵਾਂ ਉੱਤੇ ਪ੍ਰਗਟ ਹੋ ਜਾਂਦੀ, ਇੱਕੋ ਸਮਾਂ ਕਈ ਸਮਾਗਮਾਂ ਤੇ ਮਹਿਫਲਾਂ ਦੀ ਸ਼ਮਾ ਬਣ ਜਾਂਦੀ। ਮੈਂ ਉਸ ਨੂੰ ਆਖਿਆ, ਤੂੰ ਇਸ ਕਾਫੀ ਹਾਊਸ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹੈ। ਉਹ ਬੋਲੀ, ਮੈਂ ਜ਼ਿੰਦਗੀ ਦਾ ਇੱਕ ਵੀ ਪਲ ਬਰਬਾਦ ਨਹੀਂ ਕੀਤਾ। ਜ਼ਿੰਦਗੀ ਕੀ ਹੈ? ਤੁਸੀਂ ਇਸ ਨੂੰ ਬੈਂਕ ਦੇ ਲਾਕਰ ਵਿੱਚ ਨਹੀਂ ਰੱਖ ਸਕਦੇ। ਇਹ ਤੁਰੀ ਜਾ ਰਹੀ ਹੈ, ਖਰਚ ਹੋ ਰਹੀ ਹੈ। ਤੁਸੀਂ ਇਸ ਨੂੰ ਜਮ੍ਹਾਂ ਕਰਕੇ ਇਸ ਦਾ ਸੂਦ ਨਹੀਂ ਖਾ ਸਕਦੇ। ਉਹ ਕਈ ਵਾਰ
ਮਰਦ ਦੀ ਖੁਦਗਰਜੀ ਅਤੇ ਉਸ ਤੇ ਜ਼ੁਲਮ ਦਾ ਜ਼ਿਕਰ ਕਰਦੀ, ਉਸ ਦੀ ਲਾਲਸਾ ਤੇ ਭੁੱਖ ਦਾ, ਤੇ ਇਸ ਦੇ ਖਿਲਾਫ ਬੋਲਦੀ। ਉਹ ਪੰਜਾਬੀ ਜਵਾਨ ਦੀ ਸ਼ਕਤੀ ਨੂੰ ਮਹਿਸੂਸ ਕਰਦੀ ਤੇ ਕਈ ਵਾਰ ਆਹਾਂ ਭਰਦੀ ਕਿ ਉਸ ਨੇ ਪੰਜਾਬੀ ਪੜ੍ਹਨੀ ਤੇ ਲਿਖਣੀ ਕਿਉਂ ਨਹੀਂ ਸਿੱਖੀ। ਮੈਂ ਆਖਿਆ, ਮੈਂ ਪੰਜਾਬੀ ਵਿੱਚ 30 ਸਾਲਾਂ ਤੋਂ ਲਿਖ ਰਿਹਾ ਹਾਂ, ਤੂੰ ਮੇਰੀ ਕੋਈ ਕਿਤਾਬ ਨਹੀਂ ਪੜ੍ਹੀ। ਮੈਂ ਸ਼ਰਤ ਲਾਉਂਦਾ ਹਾਂ, ਮੇਰੇ ਬਹੁਤੇ ਪੰਜਾਬੀ ਦੋਸਤਾਂ ਨੇ ਮੇਰੀ ਕੋਈ ਕਿਤਾਬ ਨਹੀਂ ਪੜ੍ਹੀ। ਉਹ ਪੰਜਾਬੀ ਦੀ ਗੱਲ ਕਰਦੇ ਹਨ, ਪੰਜਾਬੀ ਦੇ ਹੱਕਾਂ ਵਿੱਚ ਬੋਲਦੇ ਹਨ, ਪਰ ਉਹਨਾਂ ਦੇ ਘਰ ਪੰਜਾਬੀ ਦੀ ਕੋਈ ਕਿਤਾਬ ਨਹੀਂ ਹੁੰਦੀ। ਉਹ ਬਿਨਾਂ ਪੜ੍ਹੇ ਹੀ ਮੇਰੀ ਤਾਰੀਫ ਕਰਦੇ ਹਨ। ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਕਿੰਨਾ ਫੋਕਾ ਤੇ ਖੋਖਲਾ ਹਾਂ। ਮੈਂ ਨਿਰਾ ਝੂਠ ਹਾਂ, ਨਿਰੀ ਬਕਵਾਸ। ਤੂੰ ਇਹੋ ਜਿਹੀਆਂ ਗੱਲਾਂ ਕਿਵੇਂ ਆਖ ਸਕਦਾ ਹੈ? ਕਾਸ਼ ਮੈਨੂੰ ਪੰਜਾਬੀ ਆਉਂਦੀ ਹੁੰਦੀ ਤੇਰੇ ਵਰਗੀ। ਇਸ ਜਵਾਨ ਵਿੱਚ ਰਸ ਹੈ, ਅੱਗ ਹੈ, ਖੁਰਖੁਰੀ ਸ਼ਕਤੀ ਹੈ, ਪਿੰਡਾਂ ਦੀ ਜਵਾਨ, ਖੂਨ ਤੇ ਪਿਆਰ ਦੀ ਜਵਾਨ। ਤੇਰਾ ਨਾਂ ਜਿੰਦਾ ਰਹੇਗਾ ਸਾਹਿਤ ਵਿੱਚ, ਤੇ ਮੇਰੇ ਵਰਗੇ ਜੋ ਅੰਗਰੇਜ਼ੀ ਵਿੱਚ ਲਿਖਦੇ ਹਨ ਉਹ ਮਰ ਮਿਟ ਜਾਣਗੇ। ਉਸ ਦੇ ਇਸ ਲੈਕਚਰ ਤੋਂ ਮੈਨੂੰ ਚਿੜ ਹੋ ਗਈ। ਹਰ ਕੋਈ ਪੰਜਾਬੀ ਜਵਾਨ ਨੂੰ ਉੱਪਰੀ ਸ਼ਰਧਾਂਜਲੀ ਪੇਸ਼ ਕਰਕੇ ਅੰਗਰੇਜ਼ੀ ਵਿੱਚ ਹੋਣੀ ਲੋਚਦਾ ਹੈ। ਪੰਜਾਬੀ ਦਾ ਖੇਤਰ ਸੀਮਤ ਹੈ, ਪੜ੍ਹਨ ਵਾਲੇ ਥੋੜੇ ਤੇ ਗੱਲਾਂ ਕਰਨ ਵਾਲੇ ਬਹੁਤੇ। ਮੈਂ ਅੰਗਰੇਜ਼ੀ ਵਿੱਚ ਨਾਵਲ ਲਿਖ ਕੇ ਵੱਡੀ ਦੁਨੀਆ ਤੱਕ ਪਹੁੰਚਣਾ ਚਾਹੁੰਦਾ ਸਾਂ, ਪਰ ਮੇਰੇ ਅੰਗਰੇਜ਼ੀ ਸਭਿਅਤਾ ਵਿੱਚ ਰੰਗੇ ਦੋਸਤ ਹਮੇਸ਼ਾ ਪੰਜਾਬੀ ਜਵਾਨ ਦਾ ਪੱਖ ਪੂਰਦੇ। ਮੈਂ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਇੱਕ ਜਵਾਨ ਤੀਵੀਂ ਨੂੰ ਲੋਕ ਕਿਸੇ ਗੁਫਾ ਵਿੱਚ ਧੱਕ ਕੇ ਉਸਦਾ ਮੂੰਹ ਬੰਦ ਕਰ ਦੇਣ ਤੇ ਆਪ ਬਾਹਰ ਹੱਸਣ ਖੇਡਣ ਤੇ ਸ਼ਰਾਬ ਪੀਣ। ਮੈਨੂੰ ਉਹਨਾਂ ਦੇ ਭਾਸ਼ਣਾਂ ਤੋਂ ਨਫ਼ਰਤ ਹੋ ਗਈ। ਮੈਂ ਆਪਣੇ ਆਪ ਨੂੰ ਦੇਸ਼ ਨਿਕਾਲਾ ਦੇ ਕੇ ਆਪਣਾ ਪੁੱਠਾ ਰੂਪ ਦੇਖਣਾ ਚਾਹੁੰਦਾ ਸਾਂ। ਆਪਣੀ ਸੋਚ ਨੂੰ ਪੁੱਠਾ ਟੰਗ ਕੇ ਕੋਈ ਵਹਿਸ਼ੀ ਰੰਗ ਦੇਖਣਾ ਚਾਹੁੰਦਾ ਸਾਂ। ਕੋਈ ਇਹੋ ਜਿਹਾ ਪੜਾਕਾ ਪਵੇ ਕਿ ਮੇਰੇ ਦਿਮਾਗ ਦੇ ਸਾਰੇ ਪੁਰਜੇ ਉੱਡ ਜਾਣ। ਉਮਾ ਅਕਸਰ ਮੇਰੀ ਗੱਲ ਦਾ ਵਿਰੋਧ ਕਰਕੇ ਦੂਜੇ ਪਾਸੇ ਦੀ ਗੱਲ ਕਰਦੀ। ਮੈਂ ਬਹਿਸ ਕਰਦਾ, ਦਲੀਲਾਂ ਦਿੰਦਾ ਤੇ ਜੋਸ਼ ਵਿੱਚ ਉਹ ਗੱਲਾਂ ਆਖ ਦਿੰਦਾ ਜੋ ਮੈਨੂੰ ਖੁਦ ਹੈਰਾਨ ਕਰ ਦਿੰਦੀਆਂ। ਉਹ ਇੱਕ ਅਜਿਹਾ ਸ਼ੀਸ਼ਾ ਬਣ ਜਾਂਦੀ ਜਿਸ ਵਿੱਚ ਹਰ ਚੀਜ਼ ਟੇਢੀ ਤੇ ਪੁੱਠੀ ਦਿਸਦੀ। ਇਸ ਸ਼ੀਸ਼ੇ ਵਿੱਚ ਮੈਂ ਆਪਣਾ ਪੁੱਠਾ ਚਿਹਰਾ ਤੇ ਲੰਮੇ ਦੰਦ ਦੇਖਦਾ। ਮੈਂ ਆਪਣੀ ਸਹੀ ਪ੍ਰਤੀਬਿੰਬ ਦੀ ਤਲਾਸ਼ ਵਿੱਚ ਸਾਂ। ਜ਼ਿੰਦਗੀ ਤੁਰਦੀ ਗਈ ਤੇ 6 ਮਹੀਨੇ ਲੰਘ ਗਏ। ਇੱਕ ਦਿਨ ਜਿੰਨੀ ਨੇ ਆਖਿਆ, ਮੈਂ ਤੈਨੂੰ ਕਦੇ ਲਿਖਦੇ ਨਹੀਂ ਦੇਖਿਆ, ਨਾ ਕਦੇ ਕੋਈ ਕਿਤਾਬ ਪੜ੍ਹਦੇ। ਮੈਂ ਹੈਰਾਨ ਹਾਂ ਕਿ ਨਾ ਹੀ ਸਾਡੇ ਕੋਲ ਕੋਈ ਕੰਮ ਹੈ। ਮੈਨੂੰ ਵੀ ਕੋਈ ਨੌਕਰੀ ਕਰਨੀ ਚਾਹੀਦੀ ਹੈ, ਪਰ ਇੱਥੇ ਬਹੁਤ ਥੋੜੀ ਤਨਖਾਹ ਮਿਲਦੀ ਹੈ। ਜੇ ਮੈਂ ਬਤੌਰ ਟਾਈਪਿਸਟ ਕੰਮ ਕਰਾਂ ਤਾਂ ਕਿੰਨੇ ਪੈਸੇ? ਮਸਾਂ $60 ਮਹੀਨੇ ਦੇ, ਬਹੁਤ ਥੋੜੀ ਤਨਖਾਹ। ਸਾਡੇ ਦੋਸਤ ਸਮਝਦੇ ਹਨ ਕਿ ਸਾਡੇ ਕੋਲ ਬਹੁਤ ਪੈਸਾ ਹੈ। ਜਦੋਂ ਅਸੀਂ ਆਖਦੇ ਹਾਂ ਸਾਡੇ ਕੋਲ ਕੋਈ ਪੈਸਾ ਨਹੀਂ ਤਾਂ ਉਹ ਯਕੀਨ ਨਹੀਂ ਕਰਦੇ। ਮੇਰਾ ਖਿਆਲ ਹੈ ਸਾਰਾ ਕਸੂਰ ਇਸ ਮਲੱਠੀ ਰੰਗੇ ਫਰਿੱਜ ਦਾ ਹੈ, ਜਿਸ ਨੂੰ ਦੇਖ ਕੇ ਲੋਕ ਸਮਝਦੇ ਹਨ ਕਿ ਅਸੀਂ ਅਮੀਰ ਹਾਂ। ਮੈਂ ਪੰਜਾਬੀ ਵਿੱਚ ਕੁਝ ਲੇਖ ਲਿਖੇ ਤੇ ਪੰਜਾਬੀ ਮੈਗਜ਼ੀਨਾਂ ਨੂੰ ਭੇਜੇ। ਇਸ ਦਾ ਅਰਥ ਇਹ ਸੀ ਕਿ ਮੈਂ ਲਿਖ ਕੇ ਆਪਣੇ ਪੈਸਿਆਂ ਦੀਆਂ ਟਿਕਟਾਂ ਲਾ ਕੇ ਉਹਨਾਂ ਨੂੰ ਮਜਬੂਨ ਭੇਜ ਦਿੱਤੇ। ਉਧਰੋਂ ਕੋਈ ਪੈਸਾ ਨਹੀਂ, ਬਸ ਧਰਮ ਦੇ ਖਾਤੇ। ਇੱਕ ਅੱਧਾ ਰੇਡੀਓ ਤੇ ਟੈਲੀਵਿਜ਼ਨ ਦਾ ਪ੍ਰੋਗਰਾਮ ਕੀਤਾ ਤਾਂ ਥੋੜੇ ਜਿਹੇ ਰੁਪਏ। ਮੈਂ ਕੋਈ ਲੋਕਾਂ ਨੂੰ ਮਿਲਿਆ ਤੇ ਆਖਿਆ ਕਿ ਮੈਨੂੰ ਨੌਕਰੀ ਦੀ ਲੋੜ ਹੈ। ਆਖਰ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਾਲਾ ਸੂਰਜਭਾਨ ਨੇ ਆਖਿਆ ਕਿ 1 ਸਾਲ ਦੇ ਲਈ ਉਹ ਚੰਡੀਗੜ੍ਹ ਆਪਣੀ ਯੂਨੀਵਰਸਿਟੀ ਵਿੱਚ ਮੈਨੂੰ ਬੁਲਾਉਣ ਲਈ ਤਿਆਰ ਹਨ। ਸੂਰਜਭਾਨ ਕੱਟੜ ਆਰਿਆ ਸਮਾਜੀ ਸੀ, ਪਰ ਉਸ ਵਿੱਚ ਪੁਰਾਣੇ ਅੰਗਰੇਜ਼ਾਂ ਦੇ ਵੇਲਿਆਂ ਦੇ ਕਈ ਗੁਣ ਸਨ। ਗੱਲ ਦਾ ਪੱਕਾ, ਭਾਵੇਂ ਉਹ ਨਿੱਤ ਸੰਧੀਆਂ ਕਰਦਾ ਤੇ ਵੇਦਾਂ ਅਨੁਸਾਰ ਹਵਨ ਯੁੱਗ ਦਾ ਹਾਮੀ ਸੀ, ਪਰ ਉਸ ਨੂੰ ਪੰਜਾਬੀ ਲਈ ਪਿਆਰ ਸੀ।
ਉਸਨੇ ਮੈਨੂੰ ਬਤੌਰ ਪ੍ਰੋਫੈਸਰ ਬੁਲਾਇਆ। ਮੈਂ ਦਿੱਲੀ ਨਹੀਂ ਸਾਂ ਛੱਡਣਾ ਚਾਹੁੰਦਾ, ਪਰ ਮੈਨੂੰ ਨੌਕਰੀ ਦੀ ਲੋੜ ਸੀ। ਮੈਂ ਚਿੱਠੀ ਲਿਖ ਦਿੱਤੀ ਕਿ ਉਹ ਭਾਵੇਂ ਮੈਨੂੰ ਅੱਧੀ ਨੌਕਰੀ ਦੇਣ, 700 ਰੁਪਇਆ ਮਹੀਨਾ, ਤੇ ਮੈਂ ਪੂਰੇ ਸਾਲ ਦਾ ਕੰਮ 3 ਮਹੀਨਿਆਂ ਵਿੱਚ ਦਿਆਂਗਾ, ਪਰ ਕੈਂਪਸ ਵਿੱਚ ਆ ਕੇ ਪੱਕੇ ਤੌਰ ਤੇ ਨਹੀਂ ਰਹਿਣਾ ਚਾਹੁੰਦਾ। ਇਸ ਗੱਲ ਨੂੰ ਉਹ ਮਨਜ਼ੂਰ ਨਹੀਂ ਸੀ ਕਰ ਸਕਦਾ। ਉਹ ਇੱਕ ਦਿਨ ਸ਼ਾਮ ਨੂੰ 5 ਵਜੇ ਦਿੱਲੀ ਮੇਰੇ ਘਰ ਆਇਆ। ਉਸਨੇ ਮੈਨੂੰ ਸਮਝਾਇਆ ਕਿ ਪੂਰੀ ਪ੍ਰੋਫੈਸਰੀ ਤਾਂ ਉਹ ਦੇ ਸਕਦਾ, ਪਰ ਅੱਧੀ ਪ੍ਰੋਫੈਸਰੀ ਨਹੀਂ, ਨਾ ਹੀ ਅੱਧੀ ਤਨਖਾਹ। ਮੈਨੂੰ ਉਸ ਵੇਲੇ ਇਹ ਨਹੀਂ ਸੀ ਪਤਾ ਕਿ ਵਾਈਸ ਚਾਂਸਲਰ ਬਹੁਤ ਵੱਡਾ ਹੁੰਦਾ ਹੈ ਤੇ ਇਸ ਤਰ੍ਹਾਂ ਦੀ ਨੌਕਰੀ ਦੇਣ ਕਿਸੇ ਦੇ ਘਰ ਨਹੀਂ ਜਾਂਦਾ। ਮੇਰੀ ਜ਼ਰੂਰਤ ਜ਼ਿਆਦਾ ਸੀ। ਮੈਂ ਉਸ ਦਾ ਸ਼ੁਕਰੀਆ ਕੀਤਾ। ਮੈਂ ਨੌਕਰੀ ਮਨਜ਼ੂਰ ਕਰ ਲਈ। ਮੇਰੇ ਦਿਲ ਨੂੰ ਦੁੱਖ ਹੋਇਆ ਇਹ ਸੋਚ ਕੇ ਕਿ ਹੁਣ ਮੈਂ ਦਿੱਲੀ ਦਾ ਨਿੱਕਾ ਘਰ ਛੱਡਣਾ ਪਵੇਗਾ। ਇੱਥੋਂ ਦੇ ਦੋਸਤ, ਸਰਗਰਮੀਆਂ, ਕਲਾਤਮਕ ਜੱਦੋ-ਜਹਿਦ ਤੇ ਰਚਨ ਸ਼ਕਤੀ ਨਾਲ ਸੰਬੰਧਿਤ ਮਹਿਫਲਾਂ ਜਿਨ੍ਹਾਂ ਦਾ ਮੈਂ ਆਦੀ ਸਾਂ। ਸਤੀਸ਼ ਗੁਜਰਾਲ ਦੇ ਘਰ ਮੇਰੇ ਤੇ ਜਿੰਨੀ ਲਈ ਅਲਵਿਦਾਈ ਪਾਰਟੀ ਸੀ। ਸਤੀਸ਼ ਵੱਡਾ ਅਮੀਰ ਪੇਂਟਰ ਸੀ। ਉਸ ਦੀਆਂ ਅੱਖਾਂ ਵਿੱਚ ਰਚਨ ਸ਼ਕਤੀ ਦੀ ਚਮਕ ਤੇ ਚਿਹਰੇ ਉੱਤੇ ਤਰਾਸ਼ੀ ਹੋਈ ਦਾੜੀ ਸੀ। ਉਹ ਬੱਜਰ ਬੋਲਾ ਸੀ। ਚਾਹੇ ਢੋਲ ਵੱਜਦੇ ਹੋਣ, ਉਸ ਨੂੰ ਨਹੀਂ ਸੀ ਸੁਣਦੇ। ਉਹ 9 ਸਾਲ ਦਾ ਸੀ ਜਦੋਂ ਕਿਸੇ ਬਿਮਾਰੀ ਕਰਕੇ ਉਸ ਦੇ ਕੰਨ ਮਾਰੇ ਗਏ। ਉਹ ਆਪਣੇ ਦੋਸਤਾਂ ਦੇ ਘਰ ਵਾਲੀਆਂ ਨਾਲ ਗੱਲਾਂ ਕਰਦਾ ਤੇ ਉਹਨਾਂ ਦੇ ਹਿਲਦੇ ਬੁੱਲਾਂ ਤੇ ਚਿਹਰੇ ਦੇ ਭਾਵਾਂ ਨੂੰ ਪੜ੍ਹ ਕੇ ਸਮਝ ਲੈਂਦਾ। ਇਸ ਤਰ੍ਹਾਂ ਉਸਨੇ ਸੁਣਨ ਦੀ ਘਾਟ ਨੂੰ ਪੂਰਾ ਕੀਤਾ। ਉਸਨੇ ਆਰਟ ਸਕੂਲ ਵਿੱਚ ਤਾਲੀਮ ਹਾਸਲ ਕੀਤੀ ਤੇ 1947 ਵਿੱਚ ਦੇਸ਼ ਦੀ ਵੰਡ ਪਿੱਛੋਂ ਪੰਜਾਬ ਸਰਕਾਰ ਦੇ ਪਬਲਿਕ ਰਿਲੇਸ਼ਨਸ ਡਿਪਾਰਟਮੈਂਟ ਵਿੱਚ ਇੱਕ ਡਿਜ਼ਾਈਨਰ ਦੇ ਤੌਰ ਤੇ ਭਰਤੀ ਹੋ ਗਿਆ। ਉਸ ਨੂੰ ਕਈ ਵਾਰ ਆਪਣੇ ਡਾਇਰੈਕਟਰ ਨੂੰ ਖੁਸ਼ ਕਰਨ ਲਈ ਭੈੜੇ ਡਿਜ਼ਾਈਨ ਬਣਾਉਣੇ ਪੈਂਦੇ, ਕਿਉਂਕਿ ਡਾਇਰੈਕਟਰ ਨੂੰ ਚੰਗੇ ਡਿਜ਼ਾਈਨਾਂ ਦੀ ਸਮਝ ਨਹੀਂ ਸੀ। 2 ਸਾਲਾਂ ਪਿੱਛੋਂ ਸਤੀਸ਼ ਨੂੰ ਪੰਜਾਬ ਸਰਕਾਰ ਨੇ ਨੌਕਰੀ ਤੋਂ ਕੱਢ ਦਿੱਤਾ, ਇਹ ਆਖ ਕੇ ਕਿ ਇਸ ਦੇ ਡਿਜ਼ਾਈਨ ਨਿਰੇ ਕੀਚ ਮਚੋਲੇ ਸਨ। ਉਹ ਬੇਰੁਜ਼ਗਾਰੀ ਦੀ ਹਾਲਤ ਵਿੱਚ ਦਿੱਲੀ ਆਇਆ ਤੇ ਆਪਣੇ ਵੱਡੇ ਭਰਾ ਇੰਦਰ ਗੁਜਰਾਲ ਕੋਲ ਇੱਕ ਕਮਰੇ ਵਿੱਚ ਰਹਿਣ ਲੱਗਾ। ਇੱਥੇ ਇਸ ਨੇ ਦੇਸ਼ ਦੀ ਵੰਡ ਦੇ ਵਿਸ਼ੇ ਉੱਤੇ ਪੰਜਾਬ ਦੇ ਭਿਆਨਕ ਅਤੇ ਦੁਖਦਾਈ ਦ੍ਰਿਸ਼ ਪੇਂਟ ਕੀਤੇ। ਪੀੜਤ ਚਿਹਰੇ, ਲਾਟਾਂ ਛੱਡਦੇ ਚੌੜੇ ਚੌੜੇ ਨੱਕ, ਬੁਖਾਲਾਂ ਵਰਗੀਆਂ ਛਾਤੀਆਂ, ਰੋਂਦੀਆਂ ਹੋਈਆਂ ਤੀਵੀਆਂ, ਜੰਗਲੀ ਦਰਿੰਦਿਆਂ ਵਰਗੇ ਹੱਥ, ਭਖਦੇ ਹੋਏ ਲਾਲ, ਕਾਲੇ ਤੇ ਚਿੱਟੇ ਰੰਗ ਦੇ ਪੋਚੇ ਜੋ ਉਸ ਦੇ ਪਾਤਰਾਂ ਦਾ ਦੁੱਖ ਅਤੇ ਕਰਤੂਤਾਂ ਦਿਖਾਉਂਦੇ ਸਨ। ਉਸ ਦਾ ਕੰਮ ਮੈਕਸੀਕੋ ਦੇ ਕਲਚਰਲ ਕਾਉਂਸਲਰ ਨੂੰ ਪਸੰਦ ਆਇਆ ਤੇ ਉਸ ਨੇ ਸਤੀਸ਼ ਨੂੰ ਵਜ਼ੀਫਾ ਦੇ ਕੇ ਮੈਕਸੀਕੋ ਭੇਜ ਦਿੱਤਾ। ਉੱਥੇ 2 ਸਾਲ ਦੁਨੀਆ ਦੇ ਪ੍ਰਸਿੱਧ ਅਤੇ ਮਹਾਨ ਆਰਟਿਸਟ ਸਕਿਰੋ ਤੇ ਰਵੀਰਾ ਦੀਆਂ ਸ਼ਾਗਿਰਦੀ ਵਿੱਚ ਰਿਹਾ ਤੇ ਆਪਣੀ ਕਲਾ ਨੂੰ ਪਕਾ ਕੇ ਦਿੱਲੀ ਮੁੜਿਆ। ਇੰਦਰਾ ਗਾਂਧੀ ਨੇ ਇਸ ਨੂੰ ਇੱਕ ਪੋਰਟਰੇਟ ਬਣਾਉਣ ਲਈ ਆਖਿਆ। ਉਸ ਨੇ ਇੰਦਰਾ ਗਾਂਧੀ ਦੀ ਤਸਵੀਰ ਬਣਾਈ। ਸੰਦਲੀ ਚਿਹਰਾ, ਵੱਡੀਆਂ ਉਦਾਸ ਅੱਖਾਂ, ਲੰਮੀਆਂ ਸੰਦਲੀ ਉਂਗਲਾਂ ਤੇ ਜਿਨ੍ਹਾਂ ਨਾਲ ਉਸ ਨੇ ਸਾੜੀ ਦਾ ਪੱਲਾ ਫੜਿਆ ਹੋਇਆ ਸੀ। ਪੰਡਿਤ ਨਹਿਰੂ ਨੇ ਵੀ ਉਸ ਤੋਂ ਇੱਕ ਪੋਰਟਰੇਟ ਬਣਵਾਈ। ਬੇਹੱਦ ਮਸਰੂਫ ਹੋਣ ਦੇ ਬਾਵਜੂਦ ਪੰਡਿਤ ਨਹਿਰੂ ਸਤੀਸ਼ ਲਈ 3-4 ਵਾਰ ਬੈਠੇ ਤਾਂ ਜੋ ਉਹ ਉਹਨਾਂ ਦੀ ਪੇਂਟਿੰਗ ਬਣਾ ਸਕੇ। ਸਤੀਸ਼ ਦੀ ਸ਼ੋਹਰਤ ਫੈਲ ਗਈ। ਉਸ ਨੇ ਇੱਕ 19 ਸਾਲ ਦੀ ਖੂਬਸੂਰਤ ਕੁੜੀ ਕਿਰਨ ਨਾਲ ਵਿਆਹ ਕਰ ਲਿਆ। ਕਿਰਨ ਦਾ ਬਾਪ ਇੱਕ ਮਸ਼ਹੂਰ ਅਮੀਰ ਡਾਕਟਰ ਸੀ। ਉਸ ਨੇ ਆਪਣੀ ਧੀ ਨੂੰ ਧਮਕੀ ਦਿੱਤੀ ਕਿ ਜੇ ਉਸ ਇਸ ਦਾੜੀ ਵਾਲੇ ਬੋਲੇ ਕੁੱਕੜ ਨਾਲ ਵਿਆਹ ਕੀਤਾ ਤਾਂ ਉਹ ਸਾਰੀ ਉਮਰ ਉਸ ਨਾਲ ਗੱਲ ਨਹੀਂ ਕਰੇਗਾ। ਪਰ ਕਿਰਨ, ਜੋ ਖੁਦ ਇੱਕ ਸੋਹਣੀ ਪੇਂਟਰ ਸੀ, ਆਪਣੇ ਬਾਪ ਦੀਆਂ ਧਮਕੀਆਂ ਦੀ ਪਰਵਾਹ ਨਾ ਕੀਤੀ। ਥੋੜੇ ਸਾਲਾਂ ਵਿੱਚ ਹੀ ਸਤੀਸ਼ ਮਿਊਰਲ ਬਣਾਉਣ ਲੱਗਾ ਤੇ ਉਸਨੇ ਦਿੱਲੀ ਵਿੱਚ 3-4 ਬੜੇ ਖੂਬਸੂਰਤ ਮਿਊਰਲ ਬਣਾਏ, ਜਿਨ੍ਹਾਂ ਦਾ ਅਖਬਾਰਾਂ ਵਿੱਚ ਚਰਚਾ ਹੋਇਆ। ਸਤੀਸ਼ ਦੀ ਸ਼ੋਹਰਤ ਫੈਲਦੀ ਗਈ। ਉਸ ਨੇ ਯੂਰਪ, ਅਰਬ ਦੇਸ਼ ਅਤੇ ਨਿਊਯਾਰਕ ਵਿੱਚ ਲੱਖਾਂ ਰੁਪਏ ਦੇ ਮਿਊਰਲ ਬਣਾਏ
ਅਤੇ ਆਪਣੀ ਕਲਾ ਦਾ ਸਿੱਕਾ ਬਣਵਾਇਆ। ਅਸੀਂ ਸਤੀਸ਼ ਦੀ ਡਿਨਰ ਪਾਰਟੀ ਵਿੱਚ 10 ਜਾਣੇ ਸਾਂ। 2 ਪਤਲੇ ਲੰਮੇ ਪੇਂਟਰ, ਇੱਕ ਨੌਜਵਾਨ ਆਰਕੀਟੈਕਟ, ਉਸ ਦੀ ਯੂਰਪੀਅਨ ਬੀਬੀ ਉਮਾ ਵਾਸੁਦੇਵ, ਫਿਲਮ ਆਲੋਚਕ ਬਿੰਦੂ ਬਤਰਾ, ਆਰਟ ਟੀਚਰ ਵਿਸੰਬਰ, ਮੈਂ ਤੇ ਜਿੰਨੀ ਤੇ ਸਟੇਜ ਐਕਟਰੈਸ ਜੈਸ਼ਰੀ। ਸਾਰੇ ਜਾਣੇ ਸਿਗਰਟਾਂ ਤੇ ਸ਼ਰਾਬ ਪੀ ਰਹੇ ਸਨ, ਸਿਰਫ ਸਤੀਸ਼ ਤੇ ਜਿੰਨੀ ਨਿੰਬੂ ਪਾਣੀ। ਅਸੀਂ ਹਮੇਸ਼ਾ ਸਤੀਸ਼ ਦੀਆਂ ਗੱਲਾਂ ਦਾ ਆਨੰਦ ਮਾਣਦੇ। ਉਹ ਅਕਸਰ ਸੈਕਸ ਬਾਰੇ, ਆਰਟ ਬਾਰੇ, ਸਿਆਸੀ ਅਤੇ ਸਮਾਜਿਕ ਸਾਜ਼ਿਸ਼ਾਂ ਦੀਆਂ ਕਹਾਣੀਆਂ ਸੁਣਾਉਂਦਾ। ਇਹਨਾਂ ਵਿੱਚ ਲੋੜੇ ਦਾ ਮਖੌਲ, ਠੱਠਾ ਤੇ ਸੂਝ ਹੁੰਦੀ। ਉਹ ਜੋਸ਼ ਵਿੱਚ ਭੜਕ ਕੇ ਬੋਲਦਾ, ਜਿਸ ਨਾਲ ਉਸ ਦਾ ਚਿਹਰਾ ਆਦਿ ਮਨੁੱਖ ਦਾ ਰੂਪ ਧਾਰਨ ਕਰ ਲੈਂਦਾ ਤੇ ਉਸ ਦੇ ਮੂੰਹ ਵਿੱਚ ਇੱਕ ਬਹਿਕਦੀ ਹੋਈ ਗੁਫਾ ਵਾਂਗ ਲੱਗਦਾ। ਉਹ ਬੋਲਿਆ, ਆਰਟ ਦੀ ਦੁਨੀਆ ਵਿੱਚ ਸਾਜ਼ਿਸ਼ ਹੈ, ਇੱਕ ਘੋਰ ਛੜਯੰਤਰ। ਆਰਟਿਸਟ ਨੂੰ ਉਦਲ ਬਲਾਓ ਵਾਂਗ ਚਲਾਕ ਹੋਣਾ ਚਾਹੀਦਾ ਹੈ, ਜੋ ਪਾਣੀ ਤੇ ਖੁਸ਼ਕੀ ਵਿੱਚ ਬਰਾਬਰ ਰਹਿ ਸਕੇ। ਜੈਸ਼ਰੀ ਮਾਰਟੀਨੀ ਦੀਆਂ ਘੁੱਟਾਂ ਭਰ ਰਹੀ ਸੀ ਤੇ ਇੱਕ ਪਤਲਾ ਲੰਮਾ ਸਿਗਾਰ ਪੀ ਰਹੀ ਸੀ। ਉਹ ਅਕਸਰ ਦੂਤਬਾਸਾਂ ਦੀਆਂ ਪਾਰਟੀਆਂ ਵਿੱਚ ਜਾਂਦੀ, ਸ਼ਰਾਬ ਪੀਂਦੀ, ਖੁੱਲਾ ਹਾਸਾ ਹੱਸਦੀ। ਉਸਦੇ ਦਰਾਵੜ ਨਸਲ ਦੇ ਬੁੱਲ ਤੇ ਭਰਮੀਆਂ ਛਾਤੀਆਂ ਕਿਸੇ ਗੁਫਾ ਦੀ ਮੂਰਤੀ ਦਾ ਧੋਖਾ ਦਿੰਦੀਆਂ। ਡੂੰਗੀ ਸੈਕਸੀ ਆਵਾਜ਼ ਵਿੱਚ ਉਹ ਬੁਰਜੂਆ ਆਰਟ ਅਤੇ ਪੂੰਜੀਵਾਦੀ ਸਮਾਜ ਨੂੰ ਭੰਡਦੀ ਅਤੇ ਖੱਬੇ ਪੱਖੀ ਆਰਟ ਅਤੇ ਨਸਲਵਾਦੀਆਂ ਦੀ ਤਾਰੀਫ ਕਰਦੀ। ਉਸ ਨੇ ਸਿੰਗਾਰ ਦਾ ਕਸ ਖਿੱਚਿਆ ਤੇ ਧੂਏ ਦਾ ਬੱਦਲ ਛੜਦੀ ਹੋਈ ਸਤੀਸ਼ ਦੀ ਬਾਂਹ ਫੜ ਲਈ। ਤੂੰ ਮੈਨੂੰ ਆਪਣੀ ਉਹ ਪੇਂਟਿੰਗ ਕਿਉਂ ਨਹੀਂ ਦੇ ਦਿੰਦਾ? ਕੰਧ ਉੱਤੇ ਲਟਕੀ ਪੇਂਟਿੰਗ ਵਿੱਚ ਤਾਂਤਰਿਕ ਚਿੰਨ੍ਹ ਸੀ। ਇਸ ਚਿੰਨ੍ਹ ਦਾ ਪੱਖਾ ਪ੍ਰਭਾਵ ਪਾਉਣ ਲਈ ਸਤੀਸ਼ ਨੇ ਕੈਨਵਸ ਉੱਤੇ ਰੰਗ ਨੂੰ ਬਰਾਦੇ ਤੇ ਸਣ ਦੇ ਰੇਸ਼ਿਆਂ ਨਾਲ ਗੁੰਨਿਆ ਸੀ ਤੇ ਇਸ ਵਿੱਚ ਗਾਰਾ ਤੇ ਗੂੰਦ ਤੇ ਬਰੋਜਾ ਮਿਲਾ ਦਿੱਤਾ ਸੀ। ਕਿਤੇ ਕਿਤੇ ਸੰਧੂਰੀ ਰੰਗ ਚਮਕਦਾ ਸੀ, ਜਿਵੇਂ ਕੋਈ ਖੂਨੀ ਘਟਨਾ ਹੋਵੇ। ਉਹ ਬੋਲਿਆ, ਕਿਉਂ ਦੇਵਾਂ ਤੈਨੂੰ ਮੈਂ ਆਪਣੀ ਪੇਂਟਿੰਗ? ਤੂੰ ਮੈਨੂੰ ਕੀ ਦਿੱਤਾ? ਮੈਂ ਕਦੇ ਆਪਣੀ ਪੇਂਟਿੰਗ ਕਿਸੇ ਨੂੰ ਮੁਫਤ ਨਹੀਂ ਦਿੱਤੀ। ਆਪਣੀ ਕਲਾ ਨੂੰ ਮੁਫਤ ਦੇਣਾ ਤਾਂ ਰੰਡੀ ਦੇ ਕਿੱਤੇ ਤੋਂ ਵੀ ਭੈੜਾ ਕੰਮ ਹੈ। ਭਲਾ ਦੱਸ ਮੇਰੇ ਦੋਸਤ ਮੇਰੀਆਂ ਪੇਂਟਿੰਗਾਂ ਕਿਉਂ ਨਹੀਂ ਖਰੀਦਦੇ? ਉਹਨਾਂ ਵਿੱਚੋਂ ਕਈਆਂ ਕੋਲ ਬੰਗਲੇ ਹਨ, ਮੋਟਰ ਕਾਰਾਂ ਹਨ, ਕੁੱਤੇ ਹਨ। ਉਹ ਆਪਣੇ ਡਰਾਇੰਗ ਰੂਮ ਨੂੰ ਖੂਬਸੂਰਤ ਸੋਫਿਆਂ, ਚਿਪਸ ਦੇ ਫਰਸ਼ ਤੇ ਮੋਟੇ ਕਾਲੀਨਾਂ ਨਾਲ ਸਜਾਉਣ ਵਿੱਚ ਲੱਖਾਂ ਰੁਪਏ ਖਰਚ ਕਰ ਦੇਣਗੇ, ਪਰ ਉਹ 2-4 ਹਜ਼ਾਰ ਰੁਪਇਆ ਲਾ ਕੇ ਪੇਂਟਿੰਗ ਨਹੀਂ ਖਰੀਦਣਗੇ। ਅਸੀਂ ਆਰਟਿਸਟ ਲੋਕ ਹਿੰਦੁਸਤਾਨੀ ਰੁਪਏ ਉੱਤੇ ਨਹੀਂ ਜਿੰਦਾ ਰਹਿੰਦੇ। ਬਾਹਰ ਦੇ ਲੋਕ ਸਾਡੀਆਂ ਪੇਂਟਿੰਗਾਂ ਖਰੀਦਦੇ ਹਨ ਤੇ ਅਸੀਂ ਉਸ ਉੱਤੇ ਜਿਉਂਦੇ ਹਾਂ। ਜਦੋਂ ਕੋਈ ਵਿਦੇਸ਼ੀ ਸਾਡੀਆਂ ਆਰਟ ਗੈਲਰੀਆਂ ਨੂੰ ਤੱਕਣ ਆਉਂਦਾ ਹੈ ਤਾਂ ਸਾਡੀ ਕੋਈ ਪੇਂਟਿੰਗ ਖਰੀਦ ਲੈਂਦਾ ਹੈ ਤਾਂ ਉਸ ਵੇਲੇ ਕੋਈ ਸਿਰ ਫਿਰਿਆ MP ਚੀਖ ਉੱਠਦਾ ਹੈ, ਸਾਡਾ ਆਰਟ ਬਾਹਰ ਕਿਉਂ ਜਾ ਰਿਹਾ ਹੈ? ਜੇ ਫਿਰ ਇੰਜੀਨੀਅਰਾਂ ਤੇ ਡਾਕਟਰਾਂ ਦੇ ਬਾਹਰ ਜਾਣ ਬਾਰੇ ਇਹੋ ਬਕਵਾਸ। ਸਾਡੇ ਸਿਆਸੀ ਨੇਤਾ ਸਿਰਫ ਸਪੀਚਾਂ ਝਾੜਨਾ ਜਾਣਦੇ ਹਨ। ਆਰਕੀਟੈਕਟ ਜੈਸ਼ਰੀ ਦੇ ਮੋਢੇ ਉੱਤੋਂ ਦੀ ਝੁੱਕ ਕੇ ਉਸ ਦੇ ਕੰਨ ਵਿੱਚ ਕੁਝ ਕਹਿ ਰਿਹਾ ਸੀ। ਸਤੀਸ਼ ਬੋਲਿਆ, ਉਹ ਆਖ ਰਿਹਾ ਹੈ ਕਿ ਤੂੰ ਖੂਬਸੂਰਤ ਹੈ, ਤੂੰ ਖੁਸ਼ ਨਹੀਂ ਹੋਈ? ਵਾਰਿਸ ਸ਼ਾਹ ਆਖਦਾ ਹੈ ਕਿ ਜਦੋਂ ਕੋਈ ਰਨ ਖੁਸ਼ ਹੁੰਦੀ ਤਾਂ ਅਸੀਂ ਚੀਕਾਂ ਮਾਰ ਕੇ ਹੱਸਣ ਲੱਗੇ। ਜੈਸ਼ਰੀ ਨੂੰ ਵਾਰਿਸ ਸ਼ਾਹ ਦੀ ਗੱਲ ਸਮਝ ਨਾ ਪਈ। ਸਤੀਸ਼ ਬੋਲਿਆ, ਤੇਰੇ ਪੱਟ ਬੜੇ ਸੋਹਣੇ ਨੇ, ਬੜੇ ਤਕੜੇ। ਇਉਂ ਲੱਗਦਾ ਹੈ ਤੂੰ ਪੱਟਾਂ ਦੀ ਬਹੁਤ ਵਰਜਿਸ਼ ਕਰਦੀ ਹੈ। ਜੈਸ਼ਰੀ ਗੁੱਸੇ ਨਾਲ ਬੋਲੀ, ਬਕਵਾਸ ਨਾ ਕਰੀ ਜਾ, ਤੂੰ ਬੁਰਜਵਾ ਪੇਂਟਰ ਬਣ ਗਿਆ ਹੈ। ਭਲਾ ਦੱਸ ਤੇਰੀਆਂ ਇਹਨਾਂ ਪੇਂਟਿੰਗਾਂ ਦਾ ਕੀ ਅਰਥ ਹੈ? ਕੀ ਇਹ ਸਾਡੇ ਲੋਕਾਂ ਦੇ ਜਜ਼ਬੇ ਨਹੀਂ ਦੱਸਦੀਆਂ? ਬਸ ਰੰਗਾਂ ਤੇ ਲੀਕਾਂ ਦੇ ਡਿਜ਼ਾਈਨ, ਨਿਰਾ ਸ਼ਿੰਗਾਰ, ਇਹਨਾਂ ਵਿੱਚ ਕੋਈ ਆਈਡੀਆ ਨਹੀਂ। ਸਤੀਸ਼ ਕੌੜੀ ਹਾਸੀ ਹੱਸਿਆ ਬੋਲਿਆ, ਆਈਡੀਆ? ਕੀ ਹੁੰਦਾ ਹੈ ਆਈਡੀਆ? ਜੇ ਤੂੰ ਆਈਡੀਏ ਨਾਲ ਹੀ ਕਲਾ ਜਾਚੀ ਜਾਂਦੀ ਤਾਂ ਅਫਲਾਤੂਨ ਕਿਤੇ ਵੱਡਾ ਸ਼ਾਇਰ ਹੁੰਦਾ ਸ਼ੇਕਸਪੀਅਰ ਨਾਲੋਂ। ਵਾਨ ਗਾਗ ਨੇ ਪੁਰਾਣੇ ਜੁੱਤਿਆਂ ਦਾ ਜੋੜਾ ਪੇਂਟ ਕੀਤਾ
ਤੇ ਇਸ ਨੂੰ ਮਰੀਅਮ ਦੇ ਚਿਹਰੇ ਨਾਲੋਂ ਜ਼ਿਆਦਾ ਪਵਿੱਤਰ ਬਣਾਇਆ। ਪਰ ਮੈਨੂੰ ਇਹੋ ਜਿਹੇ ਪੇਂਟਰਾਂ ਦਾ ਵੀ ਪਤਾ ਹੈ ਜੋ ਮਰੀਅਮ ਦਾ ਪਵਿੱਤਰ ਚਿਹਰਾ ਪੇਂਟ ਕਰਦੇ ਹਨ ਤੇ ਇਸ ਨੂੰ ਪੁਰਾਣੇ ਜੁੱਤਿਆਂ ਤੋਂ ਵੀ ਭੈੜਾ ਬਣਾ ਦਿੰਦੇ ਹਨ। ਤੂੰ ਆਪਣੇ ਮਾਰਕਸਵਾਦ ਨੂੰ ਆਪਣੇ ਕੋਲ ਰੱਖ। ਮੈਂ ਜਵਾਨੀ ਵੇਲੇ ਕਾਫੀ ਮਾਰਕਸਵਾਦ ਤੇ ਕਮਿਊਨਿਜ਼ਮ ਛਕ ਚੁੱਕਾ ਹਾਂ। ਮੈਨੂੰ ਕਈ ਸਾਲ ਲੱਗ ਗਏ ਇਸ ਗੱਲ ਨੂੰ ਜਾਂਚਣ ਲਈ ਕਿ ਮਹਾਨ ਕਲਾ ਇਸ ਵਿੱਚ ਨਹੀਂ ਹੁੰਦੀ ਕਿ ਖੂਬਸੂਰਤ ਚੀਜ਼ਾਂ ਨੂੰ ਪੇਂਟ ਕੀਤਾ ਜਾਵੇ, ਸਗੋਂ ਇਸ ਵਿੱਚ ਹੁੰਦੀ ਹੈ ਕਿ ਆਮ ਚੀਜ਼ਾਂ ਨੂੰ ਖੂਬਸੂਰਤੀ ਨਾਲ ਪੇਂਟ ਕੀਤਾ ਜਾਵੇ। ਤਾਕਤ ਆਈਡੀਏ ਵਿੱਚ ਨਹੀਂ ਹੁੰਦੀ, ਬੁਰਸ਼ ਵਿੱਚ ਹੁੰਦੀ ਹੈ। ਮੈਂ ਪੰਜਾਬ ਦੀ ਵੰਡ ਦੇ ਵਿਸ਼ੇ ਨੂੰ ਇਸ ਲਈ ਨਹੀਂ ਚੁਣਿਆ ਕਿ ਮੈਨੂੰ ਕੋਈ ਜਾਤੀ ਦੁੱਖ ਸੀ। ਮੈਂ ਇਸ ਘਟਨਾ ਤੋਂ ਵਧੇਰੇ ਝੰਜੋੜਿਆ ਗਿਆ, ਸਗੋਂ ਪੰਜਾਬ ਦੀ ਵੰਡ ਦਾ ਵਿਸ਼ਾ ਇਸ ਲਈ ਚੁਣਿਆ ਕਿ ਇਹ ਮੇਰੇ ਅੰਦਰ ਉਬਲਦੇ ਜਜ਼ਬਿਆਂ, ਮਾਨਸਿਕ ਸੰਘਰਸ਼ ਦੇ ਪ੍ਰਦਰਸ਼ਨ ਲਈ ਸਭ ਤੋਂ ਬਿਹਤਰ ਵਿਸ਼ਾ ਸੀ। ਮੈਂ ਤੈਨੂੰ ਦੱਸ ਦੇਵਾਂ ਕਿ ਜੇ ਪੰਜਾਬ ਦੇਸ਼ ਦੀ ਵੰਡ ਨਾ ਹੁੰਦੀ ਤਾਂ ਸ਼ਾਇਦ ਮੈਂ ਆਪਣੀ ਕਲਾ ਦੀ ਪੂਰਤੀ ਲਈ ਇੱਕ ਕਾਲਪਨਿਕ ਦੇਸ਼ ਦੀ ਵੰਡ ਰਚ ਦਿੰਦਾ। ਇਹ ਮੇਰੇ ਬੁਰਸ਼ ਦੀ ਸ਼ਕਤੀ ਹੈ ਜੋ ਕਲਾ ਸਿਰਜਦੀ ਹੈ। ਆਈਡੀਆਜ਼ ਨਹੀਂ, ਜਜ਼ਬੇ ਨਹੀਂ, ਉਤਸ਼ਾਹ ਜਾਂ ਪ੍ਰੇਰਨਾ ਨਹੀਂ, ਬਸ ਸ਼ਕਤੀ, ਇੱਕ ਤਾਂਤਰਿਕ ਰਚਨ ਸ਼ਕਤੀ। ਇੱਕ ਲੇਡੀ ਨੇ ਪਿਕਾਸੋ ਨੂੰ ਆਖਿਆ, ਤੇਰੀ ਪੇਂਟਿੰਗ ਵਿੱਚ ਬੜੀ ਸ਼ਕਤੀ ਹੈ, ਤੂੰ ਕਿਸ ਤਰ੍ਹਾਂ ਪੇਂਟ ਕਰਦਾ ਹੈ? ਪਿਕਾਸੋ ਨੇ ਉੱਤਰ ਦਿੱਤਾ, ਮੈਡਮ, ਮੈਂ ਬੁਰਸ਼ ਨਾਲ ਪੇਂਟ ਨਹੀਂ ਕਰਦਾ, ਮੈਂ ਪੇਂਟ ਕਰਦਾ ਹਾਂ ਆਪਣੇ ਲਿੰਗ ਨਾਲ। ਸਤੀਸ਼ ਦਾ ਚਿਹਰਾ ਭਖ ਉੱਠਿਆ ਤੇ ਉਸ ਦੇ ਨਥਨੇ ਪੁਕਾਰੇ ਛੱਡਣ ਲੱਗੇ। ਉਹ ਬੋਲਿਆ, ਪਿਕਾਸੋ ਠੀਕ ਆਖ ਰਿਹਾ ਸੀ। ਆਦਮੀ ਦਿਲ ਤੇ ਦਿਮਾਗ ਨਾਲ ਪੇਂਟ ਨਹੀਂ ਕਰਦਾ, ਉਹ ਧੁਨੀ ਦੀ ਸ਼ਕਤੀ ਤੋਂ ਪੇਂਟ ਕਰਦਾ ਹੈ। ਪੇਂਟਿੰਗ ਮਨਹੀਨ ਕਾਰਜ ਹੈ। ਇਹ ਇੱਕ ਪ੍ਰਕਾਰ ਦਾ ਯੱਗ, ਆਹੂਤੀ, ਰਸਮ ਹੈ ਜਿਸ ਵਿੱਚ ਆਰਟਿਸਟ ਉਨਾ ਹੀ ਭਾਗੀਦਾਰ ਹੈ ਜਿੰਨਾ ਕਿ ਦਰਸ਼ਕ। ਉਹ ਤਾਂਤਰਿਕ ਨਿਯਮ ਤੇ ਰਚਨਾ ਵਿੱਚ ਨਹੀਂ ਸੀ। ਉਹਨਾਂ ਨੇ ਸਾਨੂੰ ਸੁੰਦਰ ਵਿਚਾਰ ਦਿੱਤੇ ਜਾਂ ਅਛੂਤੇ ਖਿਆਲ, ਸਗੋਂ ਇਸ ਤੋਂ ਵੀ ਵੱਡੀ ਚੀਜ਼ ਦਿੱਤੀ। ਉਹ ਸੀ ਇੱਕ ਬਿਜਲਈ ਝਟਕਾ, ਹਿਲਾ ਦੇਣ ਵਾਲਾ ਧਮਾਕਾ। ਇੱਕ ਦੈਵ ਸ਼ਕਤੀ ਨਾਲ ਸ਼ਬਦਾਂ ਨੂੰ ਇਸ ਤਰ੍ਹਾਂ ਬੀੜਿਆ ਕਿ ਪੰਕਤੀਆਂ ਮਗਨ ਲੱਗੀਆਂ। ਇਹਨਾਂ ਵਿੱਚ ਸੰਗੀਤ ਸੀ ਤੇ ਡੰਗ। ਇਹਨਾਂ ਮਹਾਨ ਕਲਾਕਾਰਾਂ ਦੀ ਸ਼ੋਅ ਨਾਲ ਮਾਮੂਲੀ ਖਿਆਲ ਤੇ ਕਿਸੇ ਪਿਟੇ ਵਿਚਾਰ ਇਲਹਾਮ ਬਣ ਗਏ। ਰੱਬੀ ਪੈਗਾਮ, ਮੰਤਰ ਜੋ ਮੁਰਦੇ ਵਿੱਚ ਜਾਨ ਪਾ ਦੇਣ। ਚੱਕਾ ਚੌਣ ਕਰਨ ਵਾਲੀ ਖੂਬਸੂਰਤੀ ਤੇ ਅਨੋਖਾਪਣ। ਬਿੰਦੂ ਬੈਠੀ ਗੌਰ ਨਾਲ ਸੁਣ ਰਹੀ ਸੀ। ਉਸਨੇ ਭਵਾਂ ਸੜੋਕੀਆ ਤੇ ਨਖਰੇ ਨਾਲ ਕਿਹਾ, ਤੂੰ ਪੇਂਟਿੰਗ ਕਰਨੀ ਕਿਉਂ ਛੱਡ ਦਿੱਤੀ? ਹੁਣ ਤੂੰ ਸਿਰਫ ਮਿਊਰਲ ਬਣਾਉਂਦਾ ਹੈ। ਇਹ ਓਡੀ ਵੱਡੀ ਕਲਾ ਨਹੀਂ, ਤੂੰ ਕਮਰਸ਼ੀਅਲ ਹੋ ਗਿਆ ਹੈ। ਸਤੀਸ਼ ਦਾ ਮੂੰਹ ਖੁੱਲ ਗਿਆ ਤੇ ਉਸਦੀ ਦਾੜੀ ਕੰਬ ਉੱਠੀ। ਉਹ ਬੋਲਿਆ, ਤੈਨੂੰ ਪਤਾ ਹੈ ਮਿਊਰਲ ਕੀ ਹੁੰਦਾ ਹੈ? ਸਮਝਦੀ ਹੈ ਇਸ ਸ਼ਬਦ ਨੂੰ? ਇਹੀ ਇੱਕ ਅਜਿਹਾ ਆਰਟ ਹੈ ਜਿਸ ਵਿੱਚ ਮੂਰਤੀ ਕਲਾ, ਚਿੱਤਰ ਕਲਾ, ਨਿਰਮਾਣ ਕਲਾ ਦਾ ਸੁਮੇਲ ਹੈ। ਇਹ ਇੱਕ ਪ੍ਰਕਾਰ ਦੀ ਤ੍ਰੈ ਮੂਰਤੀ ਹੈ। ਪੇਂਟਿੰਗ ਇਸ ਤਰ੍ਹਾਂ ਹੈ ਜਿਵੇਂ ਕੋਈ ਇਕੱਲਾ ਬੈਠਾ ਕਮਰੇ ਵਿੱਚ ਸਿਤਾਰ ਵਜਾਵੇ। ਮਿਊਰਲ ਇਸ ਤਰ੍ਹਾਂ ਹੈ ਜਿਵੇਂ ਮੰਚ ਉੱਤੇ ਆਰਕੈਸਟਰੇ ਵਿੱਚ 25-30 ਸਾਜ਼ ਇਕੱਠੇ ਵੱਜਣ। ਪੇਂਟਿੰਗ ਪ੍ਰਾਈਵੇਟ ਕਲਾ ਹੈ, ਮਿਊਰਲ ਪਬਲਿਕ ਕਲਾ। ਪੇਂਟਿੰਗ ਚਾਹੇ ਤੁਸੀਂ ਕਿਸੇ ਫੁੱਲ ਦੀ ਕਰੋ, ਚਾਹੇ ਇਨਕਲਾਬ ਦੀ, ਇਸ ਦੀ ਕਿਸਮਤ ਵਿੱਚ ਇਹੋ ਲਿਖਿਆ ਹੈ ਕਿ ਇਹ ਅਖੀਰ ਵਿੱਚ ਕਿਸੇ ਅਮੀਰ ਦੇ ਡਰਾਇੰਗ ਰੂਮ ਵਿੱਚ ਟੰਗੀ ਜਾਵੇ ਤੇ ਉੱਥੋਂ ਦੇ ਫਰਨੀਚਰ ਦਾ ਇੱਕ ਹਿੱਸਾ ਬਣ ਜਾਵੇ। ਪੇਂਟਿੰਗ ਅਮੀਰਾਂ ਦੀ ਦਾਸੀ ਬਣ ਕੇ ਰਹਿ ਗਈ। ਮੇਰੀਆਂ ਪੇਂਟਿੰਗਾਂ ਨੇ ਮੈਨੂੰ ਮਿਊਰਲ ਵੱਲ ਲਿਆਂਦਾ। ਮਿਊਰਲ ਫਰਾਂਸੀਸੀ ਸ਼ਬਦ ਹੈ ਜਿਸ ਦਾ ਅਰਥ ਹੈ ਕੰਧ। ਅਜਿਹੀ ਕੰਧ ਜੋ ਜਿੰਦਾ ਹੈ, ਜੋ ਸਾਹ ਲੈਂਦੀ ਹੈ, ਜੋ ਬੋਲਦੀ ਹੈ, ਜੋ ਸੁਨੇਹਾ ਦਿੰਦੀ ਹੈ। ਅਕਸਰ ਇਮਾਰਤਾਂ ਦੀਆਂ ਕੰਧਾਂ ਮੁਰਦਾ ਹੁੰਦੀਆਂ ਹਨ। ਕੁਝ ਆਰਟਿਸਟ ਸਾਡੇ ਵਿੱਚ ਅਜਿਹੇ ਹਨ ਜੋ ਕਿਸੇ ਪੇਂਟਿੰਗ ਨੂੰ ਹੀ
ਵੱਡਾ ਕਰਕੇ ਕੰਧ ਉੱਤੇ ਰੰਗ ਅਤੇ ਪੱਥਰਾਂ ਦੇ ਡਿਜ਼ਾਈਨ ਵਿੱਚ ਢਾਲ ਕੇ ਥੱਪ ਦਿੰਦੇ ਹਨ। ਇਹ ਕਰੂਪ ਪ੍ਰਦਰਸ਼ਨੀ ਨੂੰ ਮਿਊਰਲ ਆਖਦੇ ਹਨ। ਨਿਰੀ ਜਹਾਲਤ। ਕਿਸੇ ਨਿੱਕੀ ਕਹਾਣੀ ਨੂੰ ਖਿੱਚ ਕੇ ਤੁਸੀਂ ਵੱਡਾ ਨਾਵਲ ਨਹੀਂ ਬਣਾ ਸਕਦੇ। ਮਿਊਰਲ ਦੀ ਕਲਾ ਚਿੱਤਰਕਲਾ ਨਾਲੋਂ ਵੱਖ ਹੈ। ਇਸ ਦਾ ਸੁਭਾਅ, ਪਸਾਰ ਤੇ ਤਕਨੀਕ ਵੱਖਰੀ ਹੈ। ਪਰ ਕੋਈ ਸਮਝਦਾ ਹੈ ਇਸ ਗੱਲ ਨੂੰ। ਦਿੱਲੀ ਵਿੱਚ ਥਾਂ-ਥਾਂ ਮਿਊਰਲ ਨਜ਼ਰ ਆਉਣਗੇ ਤੁਹਾਨੂੰ। ਕਰਜਨ ਰੋਡ ਦੀਆਂ ਇਮਾਰਤਾਂ ਦੀਆਂ ਕੰਧਾਂ ਉੱਤੇ ਪੀਲੇ ਚੱਕਰ ਤੇ ਹਰੇ ਤੇ ਨੀਲੇ ਰੰਗ ਦੇ ਲਾਲ ਥੋਥੇ, ਜਿਨ੍ਹਾਂ ਨੂੰ ਮਿਊਰਲ ਆਖਿਆ ਜਾਂਦਾ ਹੈ। ਬਦਸੂਰਤ ਡਿਜ਼ਾਈਨ, ਨਿਰੀ ਬਕਵਾਸ। ਜੈਸ਼ਰੀ ਨੇ ਸਤੀਸ਼ ਦਾ ਹੱਥ ਫੜਿਆ ਤੇ ਮਲਾਰ ਕੇ ਬੋਲੀ, ਤੂੰ ਬੜਾ ਕਮੀਨਾ ਹੈ, ਮੈਨੂੰ ਉਹ ਪੇਂਟਿੰਗ ਕਿਉਂ ਨਹੀਂ ਦਿੰਦਾ? ਸਤੀਸ਼ ਨੇ ਉਸ ਵੱਲ ਵੇਖਿਆ ਤੇ ਉਸ ਦੇ ਦਿਮਾਗ ਵਿੱਚ ਕੋਈ ਗੱਲ ਫਿਰੀ ਪੂਰੀ। ਉਹ ਬੋਲਿਆ, ਇੱਕ ਸ਼ਰਤ ਉੱਤੇ। ਕੀ? ਤੂੰ ਜਾ ਕੇ ਉਸ ਸਟੂਲ ਉੱਤੇ ਖੜੀ ਹੋ ਜਾ, ਆਪਣੇ ਕੱਪੜੇ ਲਾਹ ਦੇ ਤੇ ਨੰਗੀ ਉਸ ਪੇਂਟਿੰਗ ਵੱਲ ਚਲੀ ਜਾ। ਸਿਗਰਟਾਂ ਦੇ ਧੂਏ ਅਤੇ ਹਾਸੇ ਤੇ ਸ਼ੋਰ ਵਿਚਕਾਰ ਜੈਸ਼ਰੀ ਉੱਠੀ ਤੇ ਜਾ ਕੇ ਸਟੂਲ ਉੱਤੇ ਬੇਵਾਕੀ ਨਾਲ ਢਾਕਾਂ ਉੱਤੇ ਹੱਥ ਰੱਖ ਕੇ ਖੜੀ ਹੋ ਗਈ। ਉਸਨੇ ਸਾਰਿਆਂ ਵੱਲ ਇੱਕ ਨਖਰੀਲੀ ਐਕਟਰੈਸ ਵਾਂਗ ਦੇਖਿਆ। 1 ਮਿੰਟ ਉਹ ਸਾਡੇ ਪ੍ਰਤੀਕਰਮ ਨੂੰ ਜਾਚਦੀ ਖੜੀ ਰਹੀ। ਸਾਰਿਆਂ ਲਈ ਇਹ ਇੱਕ ਸਸਪੈਂਸ ਸੀ। ਪਾਰਟੀ ਵਿੱਚ ਬਹੁਤੀਆਂ ਔਰਤਾਂ ਪਰੰਪਰਾਗਤ ਸਦਾਚਾਰ ਦੇ ਵਿਰੁੱਧ ਬੋਲਦੀਆਂ ਤੇ ਮਾਡਰਨ ਪੱਛਮੀ ਨਿਸੰਗਤਾ ਤੇ ਨਿਡਰਤਾ ਦੀ ਹਾਮੀ ਭਰਦੀਆਂ, ਪਰ ਉਹਨਾਂ ਦੀ ਬਾਹਰਲੀ ਲਾਪਰਵਾਹੀ ਤੇ ਬੇਵਾਕ ਹੇਠ ਭਾਰਤੀ ਨਾਰੀ ਛੁਪੀ ਹੋਈ ਸੀ, ਜਿਸ ਵਿੱਚ ਉਹ ਸਦੀਆਂ ਦੀ ਸੰਗ ਅਤੇ ਜਿਨਸੀ ਝਿਜਕ ਬੁੱਕਲ ਮਾਰੀ ਬੈਠੀ ਸੀ। ਉਹਨਾਂ ਨੇ ਜੈਸ਼ਰੀ ਨੂੰ ਇਉਂ ਦੇਖਿਆ ਜਿਵੇਂ ਉਹ ਕਿਸੇ ਉੱਚੇ ਮੀਨਾਰ ਤੋਂ ਠਾਠਾਂ ਮਾਰਦੇ ਸਾਗਰ ਵਿੱਚ ਛਾਲ ਮਾਰਨ ਲੱਗੀ ਹੋਵੇ। ਜੈਸ਼ਰੀ ਨੇ ਸਾਡੇ ਵੱਲ ਸ਼ਰਾਰਤ ਭਰੀ ਖੁਸ਼ੀ ਨਾਲ ਦੇਖਿਆ ਅਤੇ ਡੂੰਗੀ ਸੈਕਸੀ ਹਾਸੀ ਹੱਸੀ। ਉਸਨੇ ਸਿਰ ਝਟਕ ਕੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਪਹਿਲਾਂ ਸਾੜੀ ਲਾਹੀ, ਫਿਰ ਬਲਾਊਜ਼, ਫਿਰ ਪੈਂਟੀਕੋਟ। ਪਿਆਜੀ ਅੰਗੀ ਅਤੇ ਕੱਛੀ ਵਿੱਚ ਖੜੀ ਹੋ ਗਈ। ਪਾਰਟੀ ਦੀਆਂ ਸਾਰੀਆਂ ਔਰਤਾਂ ਤੇ ਮਰਦ ਇਸ ਚੀਰ ਹਰਨ ਦੇ ਖੇਲ ਨੂੰ ਦੇਖ ਕੇ ਖੁਸ਼ੀ ਅਤੇ ਮਸਤੀ ਨਾਲ ਹੱਸ ਰਹੇ ਸਨ, ਝੂਮ ਰਹੇ ਸਨ। ਜੈਸ਼ਰੀ ਨੇ ਆਪਣੀਆਂ ਲੰਮੀਆਂ ਜ਼ੁਲਫਾਂ ਨੂੰ ਝਟਕਾਇਆ ਤੇ ਅੰਗੀ ਦੀਆਂ ਤਣੀਆਂ ਖੋਲ ਕੇ ਇਸ ਨੂੰ ਪਰਾਂ ਸੁੱਟਿਆ। ਸਾਨੂੰ ਹਸੀਨ ਜਲਵਾ ਨਜ਼ਰ ਆਇਆ ਤੇ ਉਸ ਦੀਆਂ ਭਰਮੀਆਂ ਰੇਸ਼ਮੀ ਛਾਤੀਆਂ, ਜਿਨ੍ਹਾਂ ਉੱਤੇ ਫਾਲਸੇ ਰੰਗੀਆਂ ਡੋਡੀਆਂ ਖੜੀਆਂ ਸਨ। ਸਾਰਿਆਂ ਦੇ ਅੰਦਰ ਇੱਕ ਲੂਰੀ ਦੌੜ ਪਈ, ਹੈਰਾਨੀ ਦੀ, ਸ਼ਲਾਘਾ ਦੀ, ਖੁਸ਼ੀ ਦੀ। ਤੀਵੀਆਂ ਚੀਖ ਉੱਠੀਆਂ, ਬਸ ਬਸ, ਹੋਰ ਨਹੀਂ। ਸਤੀਸ਼ ਗਰਜਿਆ, ਨਹੀਂ ਹੋਰ। ਜੈਸ਼ਰੀ ਹੱਸੀ ਥਿਰਕੀ ਤੇ ਉਸਨੇ ਕੱਛੀ ਲਾ ਕੇ ਠੋਕਰ ਮਾਰੀ। ਇੱਕ ਮਾਡਲ ਵਾਂਗ ਉਹ ਪੱਬਾਂ ਭਾਰ ਘੁੰਮ ਗਈ। ਉਹ ਮੇਲਦੀ ਹੋਈ ਪੇਂਟਿੰਗ ਵੱਲ ਵਧੀ ਤੇ ਉਸ ਦੀਆਂ ਗੱਦਰ ਛਾਤੀਆਂ ਜਿਣਸੀ ਸ਼ਰਾਰੇ ਛੱਡਦੀਆਂ ਆਪਸ ਵਿੱਚ ਠਹਿਕੀਆਂ। ਉਹ ਪੇਂਟਿੰਗ ਨੂੰ ਲਾਉਣ ਖਾਤਰ ਪੱਬੇ ਭਾਰ ਖੜੀ ਸੀ। ਧੂਏ ਦੀ ਸਲੇਟੀ ਰੋਸ਼ਨੀ ਵਿੱਚ ਸਾਨੂੰ ਨਜ਼ਰ ਆ ਰਹੀ ਸੀ। ਉਸ ਦੀ ਲੰਮੀ ਮਰਮਰੀ ਬਾਂਹ, ਕਾਲੇ ਚਮਕੀਲੇ ਨਹੁੰ ਤੇ ਵੱਡੇ ਨਿਤੰਬ, ਜਿਵੇਂ ਹਦਵਾਣੇ ਨੂੰ ਚੀਰ ਕੇ ਰੱਖਿਆ ਹੋਵੇ। ਉਸਨੇ ਪੇਂਟਿੰਗ ਲਾਹੀ, ਆਪਣੇ ਕੱਪੜੇ ਚੁੱਕੇ ਤੇ ਕਮਰੇ ਵਿੱਚੋਂ ਗਾਇਬ ਹੋ ਗਈ। ਕੁਝ ਮਿੰਟਾਂ ਵਿੱਚੋਂ ਉਹ ਮੁਸਕਰਾਉਂਦੀ ਹੋਈ ਤੇ ਸਾੜੀ ਲਪੇਟਦੀ ਹੋਈ ਸਾਡੇ ਕਮਰੇ ਵਿੱਚ ਦਾਖਲ ਹੋਈ ਤਾਂ ਸਾਰਿਆਂ ਨੇ ਖੁਸ਼ੀ ਨਾਲ ਚੀਕਾਂ ਮਾਰੀਆਂ ਤੇ ਉਸ ਨੂੰ ਜੱਫੀ ਪਾ ਲਈ। ਸਤੀਸ਼ ਨੇ ਇਹ ਸੌਦਾ ਨਹੀਂ ਸੀ ਕੀਤਾ। ਉਹ ਸ਼ਰਮ ਨਾਲ ਪਸੀਨੋ ਪਸੀਨੀ ਹੋ ਰਿਹਾ ਸੀ, ਜਿਵੇਂ ਉਸ ਤੇ ਸਾਰੇ ਕੱਪੜੇ ਲੱਥ ਗਏ ਹੋਣ। ਧੰਨਵਾਦ।